ਇਹ ਕਹਾਣੀ ਮੈਨੂੰ ਕਿਸੇ ਨੇ ਆਪਣੀ ਹੱਡਬੀਤੀ ਸੁਣਾਈ ਹੈ ਕਿ ਉਸ ਨਾਲ ਕੀ ਹੋਇਆ। ਇਹ ਕਹਾਣੀ ਸ਼ਵੇਤਾ ਦੀ ਹੈ। ਉਸ ਨੇ ਦੱਸਿਆ ਕਿ ਮੈਂ 27 ਸਾਲ ਦੀ ਹਾਂ। ਜਿਹੜੇ ਕੈਦੀਆਂ ਨੂੰ ਮੌਤ ਦੀ ਸਜ਼ਾ ਮਿਲਦੀ ਸੀ, ਜਦੋਂ ਉਹਨਾਂ ਦੀਆਂ ਘਰਵਾਲੀਆਂ ਉਹਨਾਂ ਨੂੰ ਜੇਲ੍ਹ ਵਿੱਚ ਮਿਲਣ ਜਾਂਦੀਆਂ ਸੀ ਤਾਂ ਉਹਨਾਂ ਨੂੰ ਪੁਲਿਸ ਵਾਲੇ ਕਿੱਥੇ ਲੈ ਕੇ ਜਾਂਦੇ ਸਨ। ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਅੱਜ ਮੇਰੇ ਘਰਵਾਲੇ ਦੀ ਅਦਾਲਤ ਵਿੱਚ ਪੇਸ਼ੀ ਸੀ। ਮੈਨੂੰ ਪੂਰੀ ਉਮੀਦ ਸੀ ਕਿ ਅਦਾਲਤ ਮੇਰੇ ਘਰਵਾਲੇ ਨੂੰ ਅੱਜ ਬਰੀ ਕਰ ਦੇਵੇਗੀ। ਮੈਂ ਅੱਧੀ ਰਾਤ ਨੂੰ ਉੱਠ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਮੇਰੇ ਘਰਵਾਲੇ ਨੂੰ ਪਰਮਾਤਮਾ ਅੱਜ ਬੇਗੁਨਾਹ ਸਾਬਤ ਕਰ ਦੇਵੋ। ਮੈਂ ਸਵੇਰੇ ਜਲਦੀ ਉੱਠ ਗਈ ਸੀ। ਮੇਰੇ ਸੱਸ ਸਹੁਰਾ ਵੀ ਫਿਕਰ ਕਰ ਰਹੇ ਸਨ। ਅਸੀਂ ਸਾਰੇ ਹੀ ਚਿੰਤਾ ਵਿੱਚ ਸੀ ਕਿ ਫੈਸਲਾ ਆਉਣਾ ਹੈ। ਮੇਰੇ ਘਰਵਾਲੇ ਦੇ ਉੱਤੇ ਕਤਲ ਕੇਸ ਦਰਜ ਸੀ, ਪਰ ਉਹ ਬੇਕਸੂਰ ਸੀ। ਮੈਂ ਆਪਣੇ ਸੱਸ ਸਹੁਰੇ ਨੂੰ ਨਾਸ਼ਤਾ ਕਰਨ ਲਈ ਕਿਹਾ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਕਿ ਸਾਡਾ ਦਿਲ ਨਹੀਂ ਹੈ। ਮੇਰਾ ਵੀ ਮਨ ਨਹੀਂ ਸੀ। ਅਸੀਂ ਤਿੰਨੋਂ ਜਾਣੇ ਅਦਾਲਤ ਲਈ ਚੱਲ ਪਏ। ਮੇਰੇ ਘਰਵਾਲੇ 'ਤੇ ਉਸ ਦੇ ਦੋਸਤ ਦੇ ਕਤਲ ਦਾ ਇਲਜ਼ਾਮ ਸੀ ਅਤੇ ਬਦਕਿਸਮਤੀ ਨਾਲ ਸਬੂਤ ਵੀ ਉਸ ਦੇ ਖਿਲਾਫ ਸੀ, ਪਰ ਅਸੀਂ ਆਪਣੀ ਹੈਸੀਅਤ ਦੇ ਅਨੁਸਾਰ ਵਧੀਆ ਵਕੀਲ ਕੀਤਾ ਸੀ। ਸਾਨੂੰ ਉਮੀਦ ਸੀ ਕਿ ਅੱਜ ਮੇਰੇ ਘਰਵਾਲੇ ਨੂੰ ਬਰੀ ਕਰ ਦੇਣਾ ਸੀ। ਅੱਜ ਆਖਰੀ ਸੁਣਵਾਈ ਸੀ ਤੇ ਅੱਜ ਫੈਸਲਾ ਆ ਜਾਣਾ ਸੀ। ਥੋੜ੍ਹੇ ਸਮੇਂ ਬਾਅਦ ਮੇਰੇ ਘਰਵਾਲੇ ਨੂੰ ਵੀ ਲੈ ਕੇ ਆ ਗਏ। ਉਹਨਾਂ ਦੀ ਹਾਲਤ ਦੇਖ ਕੇ ਮੇਰੇ ਤੋਂ ਕੰਟਰੋਲ ਨਹੀਂ ਹੋਇਆ ਅਤੇ ਮੈਂ ਰੋਣ ਲੱਗ ਪਈ ਸੀ, ਕਿਉਂਕਿ ਉਹ ਬਹੁਤ ਕਮਜ਼ੋਰ ਹੋ ਗਏ ਸੀ। ਸਾਡੇ ਵਿਆਹ ਨੂੰ ਹਾਲੇ ਮਸਾਂ ਹੀ 3 ਸਾਲ ਹੋਏ ਸੀ ਅਤੇ ਉਹ ਪਿਛਲੇ 6 ਮਹੀਨਿਆਂ ਤੋਂ ਕੈਦ ਵਿੱਚ ਸੀ। ਮਾਂ-ਪਿਓ ਅਦਾਲਤ ਵਿੱਚ ਆਏ ਸੀ। ਉਹਨਾਂ ਕਿਹਾ ਕਿ ਜੇਕਰ ਫੈਸਲਾ ਇਸ ਦੇ ਖਿਲਾਫ ਹੋਇਆ ਤਾਂ ਇਸ ਨੂੰ ਤਲਾਕ ਦੇ ਦੇਵੀਂ। ਮੈਂ ਆਪਣੇ ਪਿਓ ਦੇ ਮੂੰਹ ਵੱਲ ਦੇਖਿਆ ਕਿ ਇੰਨੀ ਵੱਡੀ ਗੱਲ ਉਹਨਾਂ ਨੇ ਕਿੱਦਾਂ ਕਹਿ ਦਿੱਤੀ ਸੀ। ਦੇਖਿਆ ਜਾਵੇ ਤਾਂ ਉਹ ਵੀ ਗਲਤ ਨਹੀਂ ਸੀ, ਕਿਉਂਕਿ ਧੀ ਦਾ ਬਾਪ ਸੋਚ ਰਿਹਾ ਸੀ ਜਿਸ ਦੇ ਘਰਵਾਲੇ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਸੀ ਕਿ ਕੀ ਬਣਨਾ ਹੈ, ਅਤੇ ਉਹ ਵੀ ਆਪਣੀ ਜਗ੍ਹਾ ਸਹੀ ਸੋਚ ਰਹੇ ਸਨ, ਪਰ ਮੇਰਾ ਦਿਲ ਇਹ ਮੰਨਣ ਲਈ ਤਿਆਰ ਨਹੀਂ ਸੀ। ਅਸੀਂ ਸਾਰੇ ਆਪਣੀ ਆਪਣੀ ਥਾਂ ਤੇ ਬੈਠ ਗਏ। ਥੋੜ੍ਹੀ ਦੇਰ ਬਾਅਦ ਜੱਜ ਆ ਗਿਆ ਅਤੇ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਗਈ। ਮੈਂ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਕਿ ਕਿਹੜਾ ਬਿਆਨ ਦੇ ਰਿਹਾ ਹੈ, ਕੌਣ ਕੀ ਕਹਿ ਰਿਹਾ ਹੈ ਅਤੇ ਕਿਹੜੇ ਸਬੂਤ ਪੇਸ਼ ਕਰ ਰਹੇ ਹਨ, ਵਕੀਲ ਕੀ ਕਰ ਰਿਹਾ ਹੈ ਅਤੇ ਕੀ ਕਾਰਵਾਈ ਹੋ ਰਹੀ ਹੈ। ਕੁਝ ਨਹੀਂ ਸੁਣ ਰਹੀ ਸੀ। ਬਸ ਅੱਖਾਂ ਬੰਦ ਕਰਕੇ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰ ਰਹੀ ਸੀ ਕਿ ਪਰਮਾਤਮਾ ਮੇਰੇ ਘਰਵਾਲੇ ਨੂੰ ਅੱਜ ਬੇਗੁਨਾਹ ਸਾਬਤ ਕਰ ਦੇਵੇ। ਫਿਰ ਇੱਕਦਮ ਅਦਾਲਤ ਵਿੱਚ ਸ਼ਾਂਤੀ ਹੋ ਗਈ ਸੀ। ਮੈਂ ਚੌਂਕ ਕੇ ਅੱਖਾਂ ਖੋਲ੍ਹੀਆਂ ਤਾਂ ਕਹਿ ਰਹੇ ਸੀ ਕਿ ਮੁਲਜ਼ਮ ਰਾਕੇਸ਼ ਨੂੰ ਤਮਾਮ ਸਬੂਤਾਂ ਦੇ ਮੱਦੇਨਜ਼ਰ ਰੱਖਦੇ ਹੋਏ ਆਪਣੇ ਹੀ ਦੋਸਤ ਦਾ ਕਤਲ ਕੀਤਾ ਹੈ ਅਤੇ ਉਸ ਨੂੰ 3 ਮਹੀਨੇ ਬਾਅਦ ਸਜ਼ਾਏ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਮੈਨੂੰ ਲੱਗਿਆ ਕਿ ਮੈਂ ਸਹੀ ਨਹੀਂ ਸੁਣਿਆ, ਮੇਰੇ ਕੰਨਾਂ ਨੂੰ ਸੁਣਾਈ ਦੇਣੋਂ ਹਟ ਗਿਆ ਹੈ। ਪਰ ਜਦੋਂ ਮੈਂ ਆਪਣੇ ਸੱਸ ਸਹੁਰੇ ਦੀ ਹਾਲਤ ਖਰਾਬ ਹੁੰਦੀ ਵੇਖੀ ਤਾਂ ਪੁਲਿਸ ਵਾਲੇ ਮੇਰੇ ਘਰਵਾਲੇ ਨੂੰ ਮੇਰੇ ਅੱਗੇ ਤੋਂ ਲੈ ਕੇ ਜਾ ਰਹੇ ਸੀ। ਮੇਰੀ ਤਾਂ ਹਾਲਤ ਹੀ ਖਰਾਬ ਹੋ ਗਈ ਸੀ। ਮੇਰੇ ਤੋਂ ਕੰਟਰੋਲ ਨਾ ਹੋਇਆ ਤੇ ਮੈਂ ਰੋਣ ਲੱਗ ਪਈ। ਸਭ ਨੂੰ ਪਤਾ ਸੀ ਕਿ ਮੇਰਾ ਘਰਵਾਲਾ ਬੇਕਸੂਰ ਹੈ। ਉਸ ਨੇ ਕਤਲ ਨਹੀਂ ਕੀਤਾ। ਉਹ ਕਤਲ ਉਸ ਦੇ ਦੂਰ ਦੇ ਰਿਸ਼ਤੇਦਾਰ ਨੇ ਕੀਤਾ ਸੀ, ਪਰ ਪੈਸੇ ਦੇ ਜ਼ੋਰ ਤੇ ਸਭ ਹੁੰਦਾ ਹੈ। ਉਸ ਨੇ ਗਵਾਹ ਖਰੀਦ ਲਏ ਸਨ, ਇਸ ਲਈ ਉਹ ਬਚ ਗਿਆ ਸੀ। ਮੈਂ ਆਪਣੇ ਸੱਸ ਸਹੁਰੇ ਨੂੰ ਲੈ ਕੇ ਘਰ ਆ ਗਈ ਸੀ। ਮੇਰਾ ਘਰਵਾਲਾ ਮੇਰੇ ਸੱਸ ਸਹੁਰੇ ਦਾ ਇਕਲੌਤਾ ਪੁੱਤਰ ਸੀ। ਉਹਨਾਂ ਦੇ ਬੁਢਾਪੇ ਦਾ ਸਹਾਰਾ ਸੀ। ਪੁਲਿਸ ਨੇ ਉਹਨਾਂ ਨੂੰ ਖਾਸ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਸੀ। ਉਹਨਾਂ ਨੂੰ ਸਜ਼ਾ ਤੋਂ ਅਗਲੇ ਦਿਨ ਮੈਂ ਜੇਲ੍ਹ ਵਿੱਚ ਮਿਲਣ ਗਈ। ਉੱਥੇ ਸਾਰੇ ਕੈਦੀ ਤੇ ਪੁਲਿਸ ਵਾਲੇ ਮੈਨੂੰ ਘੂਰ-ਘੂਰ ਕੇ ਦੇਖ ਰਹੇ ਸਨ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਕਿ ਇਹ ਇੱਦਾਂ ਕਿਉਂ ਦੇਖ ਰਹੇ ਹਨ। ਮੈਂ ਸੋਚ ਰਹੀ ਸੀ ਕਿ ਕਿਵੇਂ ਪੁਲਿਸ ਵਾਲੇ ਨੇ ਜੋ ਇੱਦਾਂ ਅਜੀਬ ਤਰ੍ਹਾਂ ਦੇਖ ਰਹੇ ਹਨ। ਉੱਥੇ ਹੋਰ ਵੀ ਕੈਦੀ ਸੀ। ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਆਪਣੇ ਘਰਵਾਲੇ ਨੂੰ ਇਸ ਹਾਲਤ ਵਿੱਚ ਦੇਖ ਕੇ।
ਉੱਥੇ ਹੋਰ ਔਰਤਾਂ ਵੀ ਆਪਣੇ ਘਰ ਵਾਲਿਆਂ ਨੂੰ ਮਿਲਣ ਆਈਆਂ ਹੋਈਆਂ ਸੀ। ਇੱਕ ਮੇਰੀ ਹੀ ਉਮਰ ਦੀ ਕੁੜੀ ਆਪਣੇ ਘਰ ਵਾਲੇ ਨੂੰ ਮਿਲਣ ਆਈ ਸੀ। ਉਹ ਰੋ ਰਹੀ ਸੀ ਤੇ ਉਸ ਦਾ ਘਰ ਵਾਲਾ ਸਲਾਖਾਂ ਦੇ ਪਿੱਛੋਂ ਉਸ ਦੇ ਹੰਝੂ ਪੂੰਝ ਰਿਹਾ ਸੀ। ਮੇਰੇ ਘਰ ਵਾਲੇ ਨੇ ਕਿਹਾ ਕਿ ਮੇਰੇ ਘਰਦਿਆਂ ਦਾ ਧਿਆਨ ਰੱਖੀ, ਮੇਰੇ ਮਾਂ-ਪਿਓ ਦਾ ਧਿਆਨ ਰੱਖੀ ਅਤੇ ਜਦੋਂ ਮੇਰੀ ਮੌਤ ਹੋ ਜਾਵੇ ਤਾਂ ਤੂੰ ਦੂਜਾ ਵਿਆਹ ਕਰਵਾ ਲਈਂ। ਮੈਂ ਉਹਨਾਂ ਦੀ ਗੱਲ 'ਤੇ ਗੁੱਸਾ ਕਰਦੇ ਹੋਏ ਕਿਹਾ ਕਿ ਮੈਂ ਕੁਝ ਨਹੀਂ ਹੋਣ ਦੇਣਾ ਤੁਹਾਨੂੰ। ਮੈਂ ਹਾਈ ਕੋਰਟ ਤੱਕ ਅਪੀਲ ਕਰਾਂਗੀ ਅਤੇ ਕੁਝ ਨਾ ਕੁਝ ਜ਼ਰੂਰ ਹੋ ਜਾਵੇਗਾ। ਇਸ ਤਰ੍ਹਾਂ ਦੀ ਤਸੱਲੀ ਦੇ ਕੇ ਮੈਂ ਵਾਪਸ ਘਰ ਆ ਗਈ ਸੀ ਕਿ ਮੁਲਾਕਾਤ ਦਾ ਵਕਤ ਖਤਮ ਹੋ ਗਿਆ ਸੀ। ਜਦੋਂ ਮੈਂ ਜੇਲ੍ਹ ਤੋਂ ਬਾਹਰ ਨਿਕਲੀ ਤਾਂ ਉਹ ਕੁੜੀ ਵੀ ਕਿਸੇ ਗੱਡੀ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਉਸ ਦੇ ਨੇੜੇ ਜਾ ਕੇ ਕਿਹਾ ਕਿ ਤੇਰੇ ਘਰ ਵਾਲੇ ਨੂੰ ਵੀ ਸਜ਼ਾਏ ਮੌਤ ਹੋਈ ਹੈ? ਤਾਂ ਉਸਨੇ ਕਿਹਾ ਮੇਰਾ ਘਰ ਵਾਲਾ ਨਹੀਂ ਹੈ, ਉਹ ਮੇਰੇ ਪਤੀ ਦਾ ਕਾਤਲ ਹੈ। ਉਸ ਨੇ ਮੇਰੇ ਘਰ ਵਾਲੇ ਦਾ ਕਤਲ ਕੀਤਾ ਹੈ। ਇਹ ਕਹਿ ਕੇ ਉਹ ਉੱਥੋਂ ਚਲੀ ਗਈ। ਉਸ ਦੀ ਗੱਲ ਸਮਝਦੇ ਮੈਨੂੰ ਦੇਰ ਨਾ ਲੱਗੀ। ਉਹ ਆਪਣੇ ਘਰ ਵਾਲੇ ਦੇ ਕਾਤਲ ਨੂੰ ਮਿਲ ਕੇ ਰੋ ਰਹੀ ਸੀ। ਇੱਕਦਮ ਮੇਰੇ ਕੰਨਾਂ ਵਿੱਚ ਉਹ ਆਵਾਜ਼ ਗੂੰਜਣ ਲੱਗੀ ਕਿ ਕੁੜੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ, ਉਸ ਨੂੰ ਰਾਸਤੇ ਵਿੱਚੋਂ ਹਟਾ ਦਿੱਤਾ। ਪਹਿਲਾਂ ਮੈਨੂੰ ਇਹ ਗੱਲਾਂ 'ਤੇ ਯਕੀਨ ਨਹੀਂ ਸੀ ਹੁੰਦਾ। ਮੈਂ ਸੋਚਦੀ ਸੀ ਕਿ ਵਿਆਹ ਇੱਕ ਬਹੁਤ ਮਜ਼ਬੂਤ ਰਿਸ਼ਤਾ ਹੈ, ਪਰ ਉਸ ਕੁੜੀ ਨੂੰ ਮਿਲ ਕੇ ਮੈਨੂੰ ਯਕੀਨ ਹੋਣ ਲੱਗਾ। ਮੈਨੂੰ ਉਸ ਕੁੜੀ ਤੋਂ ਜਿੰਨੀ ਹਮਦਰਦੀ ਸੀ, ਹੁਣ ਮੈਨੂੰ ਉਸ ਕੁੜੀ ਤੋਂ ਨਫ਼ਰਤ ਹੋ ਗਈ ਸੀ। ਮੈਨੂੰ ਉਸ ਤੋਂ ਬਹੁਤ ਜ਼ਿਆਦਾ ਨਫ਼ਰਤ ਹੋ ਗਈ। ਮੈਂ ਆਪਣੇ ਘਰ ਆ ਕੇ ਵੀ ਉਸ ਬਾਰੇ ਸੋਚਦੀ ਰਹੀ। ਕੈਦੀਆਂ ਨੂੰ ਹਫ਼ਤੇ ਵਿੱਚ ਇੱਕ ਵਾਰੀ ਮਿਲ ਸਕਦੇ ਸੀ, ਹੁਣ ਮੈਂ ਆਪਣੇ ਘਰ ਵਾਲੇ ਨੂੰ ਪੂਰਾ ਇੱਕ ਹਫ਼ਤਾ ਨਹੀਂ ਮਿਲ ਸਕਦੀ ਸੀ। ਹਫ਼ਤੇ ਦੇ ਪੂਰੇ ਦਿਨ ਮੈਂ ਬਹੁਤ ਔਖੇ ਕੱਟੇ। ਮੈਨੂੰ ਬਹੁਤ ਬੇਚੈਨੀ ਹੋ ਰਹੀ ਸੀ। ਫਿਰ ਉਹ ਦਿਨ ਵੀ ਆਇਆ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਮਿਲਣ ਜਾਣਾ ਸੀ। ਮੈਂ ਆਪਣੇ ਘਰ ਵਾਲੇ ਨੂੰ ਮਿਲਣ ਲਈ ਗਈ ਤੇ ਜਦੋਂ ਮੈਂ ਗੇਟ ਦੇ ਅੰਦਰ ਦਾਖਲ ਹੋਈ, ਮੈਂ ਉਹ ਕੁੜੀ ਵੀ ਉੱਥੇ ਵੇਖੀ। ਉਹ ਆਪਣੇ ਆਸ਼ਿਕ ਨੂੰ ਮਿਲਣ ਆਈ ਹੋਈ ਸੀ ਅਤੇ ਉਹ ਦੋਨੋਂ ਗੱਲਾਂ ਕਰ ਰਹੇ ਸੀ। ਮੈਂ ਆਪਣੇ ਘਰ ਵਾਲੇ ਨੂੰ ਪੁੱਛਿਆ ਕਿ ਇਸ ਮੁੰਡੇ ਦੀ ਕਹਾਣੀ ਕੀ ਹੈ। ਮੇਰੇ ਘਰ ਵਾਲੇ ਨੇ ਕਿਹਾ ਕਿ ਮੈਨੂੰ ਜ਼ਿਆਦਾ ਨਹੀਂ ਪਤਾ, ਪਤਾ ਨਹੀਂ ਇਸ ਨੂੰ ਵੀ ਸਜ਼ਾਏ ਮੌਤ ਹੀ ਹੋਈ ਹੈ। ਸਜ਼ਾਏ ਮੌਤ ਵਾਲੇ ਹੀ ਕੈਦੀ ਨੇ ਜਿਨ੍ਹਾਂ ਨੇ ਕਿਸੇ ਦਾ ਕਤਲ ਕੀਤਾ ਹੈ। ਇਸ ਮੁੰਡੇ ਦੀ ਕਿੰਨੀ ਛੋਟੀ ਉਮਰ ਹੈ, ਪਤਾ ਨਹੀਂ ਇਸ ਨੇ ਕਿਸੇ ਦਾ ਕਤਲ ਕੀਤਾ ਵੀ ਹੈ ਜਾਂ ਨਹੀਂ, ਫਿਰ ਮੇਰੀ ਤਰ੍ਹਾਂ ਕਿਸੇ ਨੇ ਫਸਾਇਆ ਹੈ। ਮੈਂ ਆਪਣੇ ਘਰ ਵਾਲੇ ਨੂੰ ਉਸ ਕੁੜੀ ਨਾਲ ਹੋਈ ਗੱਲ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਤੋਂ ਸੰਭਲ ਕੇ ਰਹਿਣਾ, ਮੈਨੂੰ ਤਾਂ ਕੁਝ ਅਜੀਬ ਜਿਹਾ ਲੱਗਦਾ ਹੈ। ਮੇਰਾ ਧਿਆਨ ਵਾਰ-ਵਾਰ ਉਸ ਕੁੜੀ ਵੱਲ ਜਾ ਰਿਹਾ ਸੀ ਜੋ ਉਸ ਮੁੰਡੇ ਦਾ ਹੱਥ ਫੜ ਕੇ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਮੈਂ ਤੈਨੂੰ ਇਸ ਹਾਲ ਵਿੱਚ ਨਹੀਂ ਦੇਖ ਸਕਦੀ। ਮੈਂ ਤੈਨੂੰ ਇੱਥੋਂ ਕਿੱਦਾਂ ਬਾਹਰ ਕੱਢ ਸਕਦੀ ਹਾਂ? ਮੈਂ ਕੀ ਕਰਾਂ? ਉਹ ਮੁੰਡਾ ਕਹਿ ਰਿਹਾ ਸੀ ਕਿ ਤੂੰ ਰੋ ਨਾ, ਸਭ ਠੀਕ ਹੋ ਜਾਵੇਗਾ, ਪਰ ਕੁੜੀ ਕਹਿ ਰਹੀ ਸੀ ਕਿ ਕੁਝ ਠੀਕ ਨਹੀਂ ਹੋਵੇਗਾ, ਸਭ ਕੁਝ ਖਤਮ ਹੋ ਗਿਆ ਹੈ, ਇਹ ਸਭ ਮੇਰੀ ਵਜ੍ਹਾ ਨਾਲ ਹੋਇਆ ਹੈ। ਅਤੇ ਉਹ ਮੁੰਡਾ ਉਸ ਨੂੰ ਚੁੱਪ ਕਰਵਾ ਰਿਹਾ ਸੀ। ਮੈਂ ਉਸ ਵੱਲ ਦੇਖ ਕੇ ਕਿਹਾ ਕਿ ਹੁਣ ਰੋਣ ਦਾ ਕੀ ਫਾਇਦਾ ਹੈ? ਇੱਕ ਤਾਂ ਘਰ ਵਾਲਾ ਮਾਰ ਦਿੱਤਾ ਤੇ ਆਪਣੇ ਆਸ਼ਿਕ ਨੂੰ ਵੀ ਫਸਾ ਦਿੱਤਾ। ਫਿਰ ਮੈਂ ਉਸ ਤੋਂ ਆਪਣਾ ਧਿਆਨ ਹਟਾਇਆ ਅਤੇ ਕਿਹਾ ਕਿ ਮੇਰੀ ਇੱਕ ਬਹੁਤ ਵਧੀਆ ਸਹੇਲੀ ਵਕੀਲ ਹੈ, ਮੈਂ ਉਸ ਕੋਲ ਜਾਵਾਂਗੀ ਤੇ ਹਾਈ ਕੋਰਟ ਲਈ ਅਪੀਲ ਕਰਾਂਗੀ। ਮੈਂ ਕਿਹਾ ਕਿ ਮੈਂ ਤੁਹਾਨੂੰ ਆਪਣੇ ਤੋਂ ਦੂਰ ਨਹੀਂ ਜਾਣ ਦੇਵਾਂਗੀ। ਇੰਨੇ ਨੂੰ ਇੱਕ ਪੁਲਿਸ ਵਾਲਾ ਆਇਆ ਤੇ ਮੈਨੂੰ ਪੁੱਛਣ ਲੱਗਾ ਕਿ ਤੁਸੀਂ ਰਾਕੇਸ਼ ਦੀ ਘਰਵਾਲੀ ਹੋ? ਮੈਂ ਕਿਹਾ ਹਾਂ। ਉਸਨੇ ਕਿਹਾ ਤੁਹਾਨੂੰ ਥਾਣੇਦਾਰ ਬੁਲਾ ਰਿਹਾ ਹੈ। ਮੇਰੇ ਘਰ ਵਾਲੇ ਨੇ ਇੱਕਦਮ ਚੌਂਕ ਕੇ ਪੁੱਛਿਆ ਕਿ ਉਹ ਕਿਉਂ ਬੁਲਾ ਰਿਹਾ ਹੈ? ਤਾਂ ਸਿਪਾਹੀ ਨੇ ਕਿਹਾ ਕਿ ਮੈਨੂੰ ਕੀ ਪਤਾ ਕਿਉਂ ਬੁਲਾ ਰਿਹਾ ਹੈ। ਉਹ ਕਹਿਣ ਲੱਗਿਆ ਕਿ ਕੋਈ ਪੇਪਰ ਵਰਕ ਹੋਊਗਾ, ਇਸ ਲਈ ਬੁਲਾ ਰਿਹਾ ਹੋਣਾ। ਪਰ ਮੇਰੇ ਘਰ ਵਾਲੇ ਨੇ ਕਿਹਾ ਕਿ ਮੇਰੀ ਘਰਵਾਲੀ ਕਿਤੇ ਨਹੀਂ ਜਾਵੇਗੀ, ਸਾਰਾ ਪੇਪਰ ਵਰਕ ਹੋ ਚੁੱਕਾ ਹੈ, ਹੁਣ ਕੀ ਕਰਨਾ ਹੈ? ਤਾਂ ਉਸਨੇ ਕਿਹਾ ਕਿ ਜਿਹੜੀ ਮੁਲਾਕਾਤ ਹੋ ਰਹੀ ਹੈ ਉਸ ਦੇ ਵੀ ਸਾਈਨ ਹੁੰਦੇ ਨੇ, ਉਹੀ ਕਰਵਾਉਣੇ ਹੋਣਗੇ। ਜੇ ਤੁਸੀਂ ਸਾਈਨ ਨਹੀਂ ਕਰਨੇ ਤਾਂ ਮੈਂ ਉਸਨੂੰ ਜਾ ਕੇ ਕਹਿ ਦਿੰਦਾ ਹਾਂ, ਪਰ ਇੱਕ ਗੱਲ ਸੋਚ ਲਓ, ਫਿਰ ਮੁਲਾਕਾਤ ਇਹ ਆਖਰੀ ਹੋਵੇਗੀ, ਉਸ ਤੋਂ ਬਾਅਦ ਤੁਹਾਡੀ ਮੁਲਾਕਾਤ ਨਹੀਂ ਹੋ ਸਕਦੀ। ਮੈਂ ਡਰਦੇ ਮਾਰੇ ਖੜੀ ਹੋ ਗਈ। ਮੈਂ ਉਸ ਦੇ ਨਾਲ ਜਾ ਰਹੀ ਸੀ ਅਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਕਾਗਜ਼ੀ ਕਾਰਵਾਈ ਜ਼ਰੂਰੀ ਹੁੰਦੀ ਹੈ, ਬਾਕੀ ਸਾਰੇ ਕੈਦੀ ਪੁਰਾਣੇ ਨੇ।
ਉਹਨਾਂ ਦੀ ਕਾਗਜ਼ੀ ਕਾਰਵਾਈ ਹੋ ਚੁੱਕੀ ਹੈ। ਤੇਰਾ ਘਰ ਵਾਲਾ ਇੱਥੇ ਨਵਾਂ ਆਇਆ ਹੈ, ਇਸ ਲਈ ਇਸ ਦੀ ਕਾਗਜ਼ੀ ਕਾਰਵਾਈ ਬਾਕੀ ਹੈ। ਮੈਂ ਥਾਣੇਦਾਰ ਦੇ ਕਮਰੇ ਵਿੱਚ ਗਈ ਤਾਂ ਉਸਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਨੂੰ ਧਿਆਨ ਨਾਲ ਦੇਖਿਆ। ਮੈਂ ਗੁਲਾਬੀ ਸੂਟ ਪਾਇਆ ਸੀ ਤੇ ਸਿਰ 'ਤੇ ਚੁੰਨੀ ਲਈ ਸੀ। ਦੱਸੋ, ਮੈਂ ਰਾਕੇਸ਼ ਦੀ ਘਰਵਾਲੀ ਹਾਂ, ਉਸਨੇ ਮੁਸਕਰਾਉਂਦੇ ਹੋਏ ਕਿਹਾ। ਬਹੁਤ ਹੀ ਜਲਦ ਰਾਕੇਸ਼ ਦੀ ਵਿਧਵਾ ਹੋਵੇਂਗੀ। ਫਿਰ ਗੱਲ ਕੱਟਦੇ ਹੋਏ ਕਿਹਾ ਕਿ ਮੇਰਾ ਮਤਲਬ 3 ਮਹੀਨੇ ਵਿੱਚੋਂ 1 ਮਹੀਨਾ ਚਲਾ ਗਿਆ, ਉਸ ਨੂੰ ਫਾਂਸੀ ਹੋ ਜਾਣੀ ਹੈ। ਮੈਂ ਕਿਹਾ ਉਹ ਤੁਹਾਡੀ ਸਿਰਦਰਦੀ ਨਹੀਂ ਹੈ, ਤੁਸੀਂ ਦੱਸੋ ਮੈਨੂੰ ਇੱਥੇ ਕਿਉਂ ਬੁਲਾਇਆ ਹੈ। ਪਰ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਉਸ ਨੇ ਮੈਨੂੰ ਸਿਰਫ ਮੇਰੀ ਬਾਡੀ ਦਾ ਜਾਇਜ਼ਾ ਲੈਣ ਲਈ ਬੁਲਾਇਆ ਸੀ। ਉਸ ਨੇ ਕਿਹਾ ਨਹੀਂ ਹੁਣ ਸਭ ਠੀਕ ਹੈ ਅਤੇ ਮੈਂ ਗੁੱਸੇ ਨਾਲ ਉੱਥੋਂ ਬਾਹਰ ਨਿਕਲੀ। ਉੱਥੋਂ ਤੋਂ ਜੇਲ੍ਹ ਤੱਕ ਦਾ ਰਸਤਾ 5 ਮਿੰਟ ਦਾ ਸੀ ਤੇ ਮੇਰੇ ਕੋਲ ਹੁਣ ਸਿਰਫ 3 ਮਿੰਟ ਸੀ। ਮੈਂ ਆਪਣੇ ਘਰ ਵਾਲੇ ਨੂੰ ਮਿਲਣ ਜਾਣ ਦਾ ਖਿਆਲ ਛੱਡ ਦਿੱਤਾ ਕਿਉਂਕਿ ਮੁਲਾਕਾਤ ਦਾ ਸਮਾਂ ਖਤਮ ਹੋ ਗਿਆ ਸੀ। ਹੁਣ ਕੋਈ ਮਿਲਣ ਦਾ ਫਾਇਦਾ ਵੀ ਨਹੀਂ ਸੀ। ਜਦੋਂ ਮੈਂ ਬਾਹਰ ਨਿਕਲੀ ਤਾਂ ਮੈਂ ਦੇਖ ਕੇ ਚੌਂਕ ਗਈ। ਮੇਰਾ ਤਾਂ ਜਿੱਦਾਂ ਸਾਹ ਹੀ ਰੁਕ ਗਿਆ। ਉਹ ਕੁੜੀ ਥਾਣੇਦਾਰ ਦੇ ਨਾਲ ਬਾਹਰ ਨਿਕਲੀ ਅਤੇ 1-2 ਸਿਪਾਹੀ ਵੀ ਨਾਲ ਸੀ। ਫਿਰ ਉਹ ਕਾਰ ਵਿੱਚ ਬੈਠ ਗਏ। ਮੈਂ ਤਾਂ ਇਹ ਦੇਖ ਕੇ ਹੈਰਾਨ ਹੋ ਗਈ ਕਿ ਇਹ ਕੁੜੀ ਇਹਨਾਂ ਪੁਲਿਸ ਵਾਲਿਆਂ ਨਾਲ ਕਾਰ ਵਿੱਚ ਬੈਠ ਕੇ ਕਿੱਥੇ ਗਈ ਹੈ ਅਤੇ ਕਿਉਂ ਗਈ ਹੈ। ਮੈਨੂੰ ਤਾਂ ਉਹ ਥਾਣੇਦਾਰ ਦੀ ਸ਼ਕਲ ਤੋਂ ਹੀ ਬੇਕਾਰ ਲੱਗਦਾ ਸੀ। ਮੈਨੂੰ ਤਾਂ ਹੁਣ ਸ਼ੱਕ ਪੈਦਾ ਹੋਣ ਲੱਗਿਆ ਸੀ। ਫਿਰ ਮੈਂ ਆਪਣੀ ਸਹੇਲੀ ਦੇ ਕੋਲ ਚਲੀ ਗਈ ਜੋ ਕਿ ਵਕੀਲ ਸੀ। ਫਿਰ ਉਸ ਤੇ ਮੇਰੇ ਘਰ ਵਾਲੇ ਦਾ ਸਾਰਾ ਕੇਸ ਡਿਸਕਸ ਕੀਤਾ ਅਤੇ ਮੈਂ ਹਰ ਹਾਲਤ ਵਿੱਚ ਆਪਣੇ ਘਰ ਵਾਲੇ ਨੂੰ ਬਚਾਉਣਾ ਚਾਹੁੰਦੀ ਸੀ। ਮੇਰਾ ਮਾਂ-ਪਿਓ ਮੇਰਾ ਸਾਥ ਨਹੀਂ ਦੇ ਰਹੇ ਸੀ ਅਤੇ ਉਹ ਕਹਿੰਦੇ ਸੀ ਕਿ ਇੱਕ ਕਾਤਲ ਦੀ ਪਤਨੀ ਕਹਾਉਣ ਤੋਂ ਚੰਗਾ ਹੈ ਤੂੰ ਉਸ ਨੂੰ ਤਲਾਕ ਦੇ ਦੇਵੇਂ। ਪਰ ਮੇਰਾ ਮਨ ਨਹੀਂ ਮੰਨ ਰਿਹਾ ਸੀ। ਇਹ ਕੋਈ ਇਮਤਿਹਾਨ ਚੱਲ ਰਿਹਾ ਸੀ, ਫਿਰ ਸਭ ਕੁਝ ਠੀਕ ਹੋ ਜਾਣਾ ਸੀ। ਮੈਨੂੰ ਪੂਰੀ ਉਮੀਦ ਸੀ। ਵਕੀਲ ਨੇ ਕਿਹਾ ਕਿ ਮੈਂ ਜਲਦ ਹੀ ਹਾਈ ਕੋਰਟ ਵਿੱਚ ਅਪੀਲ ਕਰਾਂਗਾ। ਮੈਂ ਬਾਹਰ ਨਿਕਲੀ। ਦੂਜੀ ਮੁਲਾਕਾਤ ਦਾ ਵਕਤ ਹੋ ਗਿਆ ਸੀ। ਆਪਣੇ ਘਰ ਵਾਲੇ ਨੂੰ ਮਿਲਣ ਆਈ ਤਾਂ ਬਹੁਤ ਅਜੀਬ ਗੱਲ ਹੋਈ। ਮੈਨੂੰ ਮੇਰੇ ਘਰ ਵਾਲੇ ਨੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਮੈਨੂੰ ਇੱਥੇ ਮਿਲਣ ਨਹੀਂ ਆਏਂਗੀ। ਮੈਂ ਕਿਹਾ ਮਿਲਣ ਕਿਉਂ ਨਹੀਂ ਆਉਣਾ। ਤਾਂ ਮੇਰੇ ਘਰ ਵਾਲੇ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਵਾਲਿਆਂ ਨੂੰ ਸਜ਼ਾਏ ਮੌਤ ਦੀ ਸਜ਼ਾ ਮਿਲੀ ਹੈ, ਇਹ ਪੁਲਿਸ ਵਾਲੇ ਉਹਨਾਂ ਦੀਆਂ ਘਰਵਾਲੀਆਂ ਨੂੰ ਕਿਤੇ ਲੈ ਕੇ ਜਾਂਦੇ ਨੇ। ਮੈਂ ਕਿਹਾ ਕਿੱਥੇ ਲੈ ਕੇ ਜਾਂਦੇ ਹਨ। ਫਿਰ ਮੈਨੂੰ ਕੁਝ ਦਿਨ ਪਹਿਲਾਂ ਦੀ ਉਹ ਗੱਲ ਯਾਦ ਆ ਗਈ ਜਿਸ ਵਿੱਚ ਮੈਂ ਉਸ ਕੁੜੀ ਨੂੰ ਥਾਣੇਦਾਰ ਦੇ ਨਾਲ ਕਾਰ ਵਿੱਚ ਜਾਂਦੇ ਦੇਖਿਆ ਸੀ ਅਤੇ ਘਰ ਵਾਲੇ ਨੇ ਕਿਹਾ ਕਿ ਇਹ ਤਾਂ ਨਹੀਂ ਪਤਾ ਕਿੱਥੇ ਲੈ ਕੇ ਜਾਂਦੇ ਹਨ, ਪਰ ਇਹ ਪੱਕਾ ਪਤਾ ਹੈ ਕਿ ਇਹ ਲੈ ਕੇ ਜ਼ਰੂਰ ਜਾਂਦੇ ਹਨ ਅਤੇ ਤਸੱਲੀ ਦਿੱਤੀ ਅਤੇ ਕਿਹਾ ਕਿ ਮੈਂ ਉਹਨਾਂ ਔਰਤਾਂ ਵਿੱਚੋਂ ਨਹੀਂ ਹਾਂ ਜੋ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਵਾਂਗੀ। ਤੁਸੀਂ ਫਿਕਰ ਨਾ ਕਰੋ। ਮੇਰਾ ਧਿਆਨ ਖੱਬੇ ਪਾਸੇ ਖੜੇ ਉਸ ਤੇ ਗਿਆ ਜੋ ਆਪਣੇ ਆਸ਼ਿਕ ਦਾ ਹੱਥ ਫੜ ਕੇ ਕਹਿ ਰਹੀ ਸੀ ਕਿ ਉਹ ਬਹੁਤ ਜਲਦ ਬਾਹਰ ਹੋਵੇਗਾ। ਮੈਂ ਸੋਚ ਰਹੀ ਸੀ ਕਿ ਆਖਰਕਾਰ ਇਹ ਕੁੜੀ ਉਸ ਦਿਨ ਪੁਲਿਸ ਵਾਲੇ ਨਾਲ ਕਿੱਥੇ ਗਈ ਸੀ। ਮੇਰਾ ਸ਼ੱਕ ਵੱਧ ਗਿਆ ਸੀ। ਮੈਂ ਸੋਚ ਲਿਆ ਸੀ ਕਿ ਮੈਂ ਇਸ ਕੁੜੀ ਨੂੰ ਪੁੱਛ ਕੇ ਹੀ ਰਹਿਣਾ ਹੈ। ਜਦੋਂ ਮੈਂ ਜੇਲ੍ਹ ਤੋਂ ਬਾਹਰ ਨਿਕਲੀ ਤਾਂ ਮੈਂ ਉਸ ਕੁੜੀ ਨੂੰ ਪੁੱਛਿਆ ਕਿ ਮੈਂ ਪੁੱਛ ਸਕਦੀ ਹਾਂ ਕਿ ਤੁਸੀਂ ਪੁਲਿਸ ਵਾਲਿਆਂ ਨਾਲ ਗੱਡੀ ਵਿੱਚ ਬੈਠ ਕੇ ਕਿੱਥੇ ਗਏ ਸੀ। ਤਾਂ ਉਸਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਕਿ ਨਹੀਂ, ਤੁਸੀਂ ਨਹੀਂ ਪੁੱਛ ਸਕਦੇ ਕਿਉਂਕਿ ਤੁਹਾਨੂੰ ਇਹ ਪੁੱਛਣ ਦਾ ਕੋਈ ਹੱਕ ਨਹੀਂ। ਉਹ ਇਹ ਕਹਿ ਕੇ ਉੱਥੋਂ ਚਲੀ ਗਈ। ਮੈਂ ਸੋਚਿਆ ਕਿੰਨੀ ਬਦਤਮੀਜ਼ ਕੁੜੀ ਹੈ, ਨਹੀਂ ਦੱਸਣਾ ਹੈ ਤਾਂ ਨਾ ਦੱਸੇ। ਫਿਰ ਅਗਲੀ ਮੁਲਾਕਾਤ ਵਿੱਚ ਮੈਂ ਆਪਣੇ ਘਰ ਵਾਲੇ ਨੂੰ ਮਿਲਣ ਗਈ। ਨਾ ਤਾਂ ਉੱਥੇ ਉਹ ਮੁੰਡਾ ਸੀ ਤੇ ਨਾ ਹੀ ਉਹ ਕੁੜੀ ਸੀ। ਆਪਣੇ ਘਰ ਵਾਲੇ ਨੂੰ ਪੁੱਛਿਆ ਕਿ ਤੁਹਾਡੇ ਨਾਲ ਵਾਲਾ ਸਾਥੀ ਕਿੱਥੇ ਹੈ ਤਾਂ ਉਸਨੇ ਦੱਸਿਆ ਕਿ 4 ਦਿਨ ਪਹਿਲਾਂ ਉਸ ਨੂੰ ਇੱਥੋਂ ਲੈ ਗਏ। ਸ਼ਾਇਦ ਉਸ ਦੀ ਸਜ਼ਾ ਦਾ ਸਮਾਂ ਆ ਗਿਆ ਹੈ। ਉਸ ਦਿਨ ਮੇਰਾ ਘਰ ਵਾਲਾ ਬਹੁਤ ਉਦਾਸ ਸੀ ਅਤੇ ਮੈਨੂੰ ਗੁੱਸੇ ਵਿੱਚ ਕਹਿਣ ਲੱਗਾ ਕਿ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਤੂੰ ਇੱਥੇ ਮੈਨੂੰ ਮਿਲਣ ਕਿਉਂ ਆਉਂਦੀ ਹੈ। ਉਸ ਮੁੰਡੇ ਬਾਰੇ ਸੋਚ ਕੇ ਬੁਰਾ ਲੱਗ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਉਸ ਕੁੜੀ ਤੇ ਕੀ ਬੀਤੀ ਹੋਵੇਗੀ, ਕਿਸ ਤਰ੍ਹਾਂ ਉਹ ਕੁੜੀ ਇੱਥੇ ਬੈਠ ਕੇ ਉਸ ਮੁੰਡੇ ਨਾਲ ਗੱਲਾਂ ਕਰਦੀ ਸੀ।
ਸਾਫ਼ ਨਜ਼ਰ ਆਉਂਦਾ ਸੀ ਕਿ ਉਹ ਮੁੰਡੇ ਨੂੰ ਬਹੁਤ ਪਿਆਰ ਕਰਦੀ ਹੈ। ਪਤਾ ਨਹੀਂ ਉਸ ਮੁੰਡੇ ਦੀ ਮੌਤ ਉਸ ਦੇ ਉੱਤੇ ਕੀ ਅਸਰ ਹੋਇਆ ਹੋਵੇਗਾ, ਕਿਉਂਕਿ ਸਜ਼ਾਏ ਮੌਤ ਦੀ ਸਜ਼ਾ ਚੰਗੇ ਤੋਂ ਚੰਗੇ ਬੰਦੇ ਨੂੰ ਹਿਲਾ ਦਿੰਦੀ ਹੈ। ਉੱਥੋਂ ਦੇ ਕੈਦੀ ਬਹੁਤ ਡਰਦੇ ਸੀ, ਕੀ ਪਤਾ ਕਦੋਂ ਕਿਸ ਦੀ ਸਜ਼ਾ ਦਾ ਸਮਾਂ ਆ ਜਾਵੇ। ਮੈਂ ਉੱਥੇ ਜ਼ਿਆਦਾ ਸਮਾਂ ਨਾ ਰੁਕ ਸਕੀ ਅਤੇ ਮੇਰੇ ਸੱਸ ਸਹੁਰਾ ਵੀ ਇਸੇ ਉਡੀਕ ਵਿੱਚ ਰਹਿੰਦੇ ਕਿ ਉਹਨਾਂ ਦਾ ਪੁੱਤ ਕਦੋਂ ਘਰ ਆਵੇਗਾ। ਮੈਨੂੰ ਵੀ ਅੰਦਰੋਂ ਉਮੀਦ ਸੀ, ਪਰ ਫਿਰ ਵੀ ਦਿਲ ਧੜਕ ਜਾਂਦਾ ਸੀ ਕਿ ਕੁਝ ਗਲਤ ਨਾ ਹੋ ਜਾਵੇ। ਘਰ ਵਾਲੇ ਦੇ ਮਨਾ ਕਰਨ ਦੇ ਬਾਵਜੂਦ ਵੀ ਮੈਂ ਉਸ ਨੂੰ ਮਿਲ ਕੇ ਆਉਂਦੀ ਤਾਂ ਮੈਨੂੰ ਚੈਨ ਆਉਂਦਾ। ਮੇਰਾ ਘਰ ਵਾਲਾ ਮੈਨੂੰ ਹਮੇਸ਼ਾ ਗੁੱਸੇ ਹੁੰਦਾ ਕਿ ਤੂੰ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਇੱਥੇ ਕਿਉਂ ਆਉਂਦੀ ਹੈ। ਮੈਂ ਸੁਣਿਆ ਹੈ ਕਿ ਪੁਲਿਸ ਵਾਲੇ ਕੈਦੀਆਂ ਦੀਆਂ ਘਰਵਾਲੀਆਂ ਨੂੰ ਪਤਾ ਨਹੀਂ ਕਿੱਥੇ ਲੈ ਜਾਂਦੇ ਨੇ। ਮੇਰਾ ਮੰਨਣਾ ਇਹ ਸੀ ਕਿ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ। ਮੈਨੂੰ ਪੈਨ ਦੀ ਜ਼ਰੂਰਤ ਪਈ। ਮੈਂ ਜਦੋਂ ਆਪਣੇ ਪਰਸ ਵਿੱਚੋਂ ਕੱਢਿਆ ਤਾਂ ਮੈਨੂੰ ਉੱਥੇ ਇੱਕ ਪਰਚੀ ਮਿਲੀ। ਉਹ ਪਰਚੀ ਮੇਰੇ ਬੈਗ ਵਿੱਚ ਪਤਾ ਨਹੀਂ ਕਿਸਨੇ ਰੱਖੀ ਸੀ। ਜਦੋਂ ਸਾਡੇ ਬੈਗਾਂ ਦੀ ਤਲਾਸ਼ੀ ਕਰੀ ਜਾਂਦੀ ਸੀ, ਸ਼ਾਇਦ ਉਸੇ ਵਕਤ ਕਿਸੇ ਨੇ ਰੱਖਿਆ ਹੋਵੇ। ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਵਿੱਚ ਪਰਚੀ 'ਤੇ ਇੱਕ ਫ਼ੋਨ ਨੰਬਰ ਲਿਖਿਆ ਸੀ। ਪਹਿਲਾਂ ਮੈਂ ਸੋਚਿਆ ਕਿ ਮੈਂ ਉਸ ਨੰਬਰ 'ਤੇ ਫ਼ੋਨ ਕਰਾਂ, ਫਿਰ ਮੈਂ ਰੁਕ ਗਈ। ਅਗਲੇ ਦਿਨ ਵਕੀਲ ਕੋਲ ਜਾਣਾ ਸੀ ਅਤੇ ਵਕੀਲ ਨੂੰ ਮਿਲ ਕੇ ਵਾਪਸ ਆ ਰਹੀ ਸੀ ਤਾਂ ਮੈਂ ਉਸ ਕੁੜੀ ਨੂੰ ਦੇਖਿਆ ਕਿ ਕਿਸੇ ਮੁੰਡੇ ਦੇ ਨਾਲ ਹੋਟਲ ਵਿੱਚ ਗਈ ਸੀ। ਮੈਂ ਰਿਕਸ਼ਾ ਰੁਕਵਾਇਆ ਅਤੇ ਹੋਟਲ ਦੇ ਵਿੱਚ ਉਸ ਦੇ ਪਿੱਛੇ-ਪਿੱਛੇ ਚਲੀ ਗਈ। ਕੁੜੀ ਮੁੰਡੇ ਦਾ ਹੱਥ ਫੜ ਕੇ ਬੈਠੀ ਸੀ ਅਤੇ ਉਹ ਕੁਰਸੀ 'ਤੇ ਬੈਠੀ ਸੀ। ਉਸ ਮੁੰਡੇ ਦੀ ਮੇਰੇ ਵੱਲ ਪਿੱਠ ਸੀ, ਇਸ ਲਈ ਮੈਂ ਉਸ ਦੀ ਸ਼ਕਲ ਨਹੀਂ ਦੇਖੀ। ਉਸ ਕੁੜੀ ਦੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਦੋ-ਦੋ ਆਦਮੀਆਂ ਦੀ ਜ਼ਿੰਦਗੀ ਖਰਾਬ ਕਰਕੇ ਉਸ ਦਾ ਦਿਲ ਨਹੀਂ ਭਰਿਆ ਤੇ ਹੁਣ ਤੀਸਰੇ ਨੂੰ ਮਗਰ ਲਾ ਲਿਆ ਹੈ। ਮੈਂ ਉਸ ਨੂੰ ਬੈਠ ਕੇ ਦੇਖ ਰਹੀ ਸੀ। ਫਿਰ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਮੈਂ ਉਸ ਦੇ ਸਾਹਮਣੇ ਜਾ ਕੇ ਖੜੀ ਹੋ ਗਈ। ਮੈਂ ਜੋ ਦੇਖਿਆ, ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਮੇਜ਼ 'ਤੇ ਉਹ ਜੇਲ੍ਹ ਵਾਲਾ ਮੁੰਡਾ ਸੀ ਜਿਸ ਨੂੰ ਉਹ ਮਿਲਣ ਆਉਂਦੀ ਸੀ ਤੇ ਸਭ ਸੋਚ ਰਹੇ ਸੀ ਕਿ ਉਹ ਮਰ ਗਿਆ, ਪਰ ਉਹ ਮਰਿਆ ਨਹੀਂ ਸੀ, ਆਪਣੀ ਜ਼ਿੰਦਗੀ ਮਜ਼ੇ ਨਾਲ ਜੀ ਰਿਹਾ ਸੀ। ਮੈਨੂੰ ਦੇਖ ਕੇ ਉਹ ਦੋਨੋਂ ਘਬਰਾ ਗਏ। ਫਿਰ ਉਸ ਕੁੜੀ ਨੇ ਉਸ ਮੁੰਡੇ ਨੂੰ ਕਿਹਾ ਕਿ ਤੂੰ ਘਰ ਚੱਲ, ਮੈਂ ਆ ਜਾਵਾਂਗੀ। ਉਹ ਮੁੰਡਾ ਉੱਥੋਂ ਚਲਾ ਗਿਆ। ਉਸ ਦੀ ਕੁਰਸੀ 'ਤੇ ਮੈਂ ਬੈਠ ਗਈ ਤੇ ਉਸ ਕੁੜੀ ਨੂੰ ਸਵਾਲ ਪੁੱਛਿਆ ਕਿ ਇਹ ਕੀ ਚੱਲ ਰਿਹਾ ਹੈ। ਇਹ ਮੁੰਡਾ ਨਜ਼ਰਾਂ ਵਿੱਚ ਤਾਂ ਮਰ ਚੁੱਕਾ ਹੈ ਅਤੇ ਤੂੰ ਇਸ ਨਾਲ ਇੱਥੇ ਘੁੰਮ ਰਹੀ ਹੈ। ਆਖਰ ਇਹ ਸਭ ਕੀ ਚੱਲ ਰਿਹਾ ਹੈ? ਉਸ ਨੇ ਕਿਹਾ, ਮੈਂ ਤੁਹਾਨੂੰ ਸਭ ਦੱਸਦੀ ਹਾਂ। ਮੇਰਾ ਨਾਂ ਪ੍ਰੀਤ ਹੈ। ਅਸੀਂ ਹਰਿਆਣਾ ਦੇ ਰਹਿਣ ਵਾਲੇ ਹਾਂ। ਅਸੀਂ 3 ਭੈਣ ਭਰਾ ਸੀ। ਮੇਰੀ ਭੈਣ ਨਾਲ ਮੈਨੂੰ ਬਹੁਤ ਪਿਆਰ ਸੀ। ਉਹ ਬਿਮਾਰ ਰਹਿੰਦੀ ਸੀ ਅਤੇ ਬੈੱਡ 'ਤੇ ਸੀ। ਉਸ ਨੂੰ ਸ਼ੁਰੂ ਤੋਂ ਮੈਂ ਹੀ ਸੰਭਾਲਿਆ ਸੀ। ਮੇਰੇ ਮਾਂ-ਪਿਓ ਕੰਮ ਕਰਦੇ ਸੀ ਅਤੇ ਉਹਨਾਂ ਦੀਆਂ ਹਰਕਤਾਂ ਬਹੁਤ ਅਜੀਬ ਸੀ। ਮੇਰੇ ਮਾਂ-ਪਿਓ ਦੀ ਆਪਸ ਵਿੱਚ ਘੱਟ ਹੀ ਬਣਦੀ ਸੀ। ਮੈਂ ਸ਼ੁਰੂ ਤੋਂ ਆਪਣੀ ਭੈਣ ਦਾ ਧਿਆਨ ਆਪ ਹੀ ਰੱਖਦੀ ਸੀ। ਜਦੋਂ ਦਾ ਮੇਰਾ ਛੋਟਾ ਭਰਾ ਹੋਇਆ ਸੀ, ਘਰ ਵਿੱਚ ਲੜਾਈ ਵੱਧ ਗਈ ਸੀ। ਮੈਂ ਹੀ ਜਾਣਦੀ ਹਾਂ ਕਿੱਦਾਂ ਮੈਂ ਆਪਣੇ ਭਰਾ ਤੇ ਭੈਣ ਨੂੰ ਪਾਲਿਆ ਹੈ, ਜਾਂ ਮੇਰਾ ਰੱਬ ਜਾਣਦਾ ਹੈ। ਮੇਰਾ ਪਿਓ ਆਪਣੇ ਦੋਸਤ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਤੈਅ ਕਰਨਾ ਚਾਹੁੰਦਾ ਸੀ, ਪਰ ਮੈਂ ਮਾਂ ਦੀ ਸਹੇਲੀ ਦੇ ਮੁੰਡੇ ਨੂੰ ਪਸੰਦ ਕਰਦੀ ਸੀ, ਉਸ ਨੂੰ ਪਿਆਰ ਕਰਦੀ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਮੈਂ ਆਪਣੇ ਪਿਓ ਨੂੰ ਉਹਨਾਂ ਦੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ, ਪਰ ਮੇਰੇ ਪਿਓ ਨੇ ਗੁੱਸੇ ਵਿੱਚ ਆ ਕੇ ਅਤੇ ਮੇਰੀ ਮਾਂ ਨਾਲ ਜ਼ਿੱਦ ਕਰਕੇ ਮੇਰਾ ਰਿਸ਼ਤਾ ਆਪਣੇ ਦੋਸਤ ਦੇ ਮੁੰਡੇ ਨਾਲ ਤੈਅ ਕਰ ਦਿੱਤਾ ਅਤੇ ਮੇਰਾ ਵਿਆਹ ਉਸ ਨਾਲ ਕਰ ਦਿੱਤਾ। ਮੈਂ ਵਿਆਹ ਤੋਂ ਬਾਅਦ ਭੈਣ ਨੂੰ ਆਪਣੇ ਨਾਲ ਲੈ ਆਈ। ਮੈਂ ਉਸ ਨੂੰ ਉੱਥੇ ਇਕੱਲੇ ਨਹੀਂ ਛੱਡ ਸਕਦੀ ਸੀ। ਉਹ ਬਿਮਾਰ ਰਹਿੰਦੀ ਸੀ। ਉਸ ਨੂੰ ਹਰ ਸਮੇਂ ਕੋਈ ਦੇਖਭਾਲ ਵਾਲਾ ਚਾਹੀਦਾ ਸੀ, ਜੋ ਕਿ ਉੱਥੇ ਰਹਿ ਕੇ ਨਹੀਂ ਹੋ ਸਕਦਾ ਸੀ। ਮੇਰਾ ਘਰ ਵਾਲਾ ਹਮੇਸ਼ਾ ਉਸ ਨੂੰ ਭੈਣ ਹੀ ਕਹਿੰਦਾ ਸੀ ਅਤੇ ਸਾਡੇ ਲਈ ਸਾਡੀ ਪਸੰਦ ਦੀ ਮਠਿਆਈਆਂ ਲੈ ਕੇ ਆਉਂਦਾ। ਅਸੀਂ ਬਹੁਤ ਖੁਸ਼ ਹੋ ਕੇ ਉਹ ਮਠਿਆਈ ਖਾਂਦੇ। ਮੇਰਾ ਘਰ ਵਾਲਾ ਕੰਮ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਚਲਾ ਗਿਆ। ਮੇਰੀ ਭੈਣ ਦੀ ਤਬੀਅਤ ਅਚਾਨਕ ਬਹੁਤ ਖਰਾਬ ਹੋ ਗਈ। ਜਦੋਂ ਮੈਂ ਡਾਕਟਰ ਨੂੰ ਦਿਖਾਇਆ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਪ੍ਰੈਗਨੈਂਟ ਹੈ। ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਉਸ ਤੋਂ ਵੱਡੀ ਕਿਆਮਤ ਉਦੋਂ ਆਈ ਜਦੋਂ ਮੇਰੀ ਭੈਣ ਨੇ ਦੱਸਿਆ ਕਿ ਇਹ ਸਭ ਮੇਰੇ ਘਰ ਵਾਲੇ ਨੇ
ਉਸ ਨਾਲ ਕੀਤਾ ਹੈ। ਮੈਂ ਆਪਣੇ ਘਰਵਾਲੇ ਨੂੰ ਧਮਕੀ ਦਿੱਤੀ ਕਿ ਮੈਂ ਤੇਰੀ ਇਹ ਕਰਤੂਤ ਸਭ ਨੂੰ ਦੱਸਾਂਗੀ, ਪਰ ਮੇਰੇ ਘਰਵਾਲੇ ਨੇ ਮੇਰੇ ਤੋਂ ਬਦਲਾ ਲੈਣ ਲਈ ਮੇਰੀ ਭੈਣ ਨੂੰ ਪੌੜੀਆਂ ਵਿੱਚੋਂ ਧੱਕਾ ਦੇ ਦਿੱਤਾ। ਉਸਨੂੰ ਕਿਸੇ ਨੇ ਕਸੂਰਵਾਰ ਨਾ ਕਿਹਾ ਤੇ ਨਾ ਹੀ ਉਸ ਨੂੰ ਕਿਸੇ ਨੇ ਕਾਤਲ ਕਿਹਾ। ਮੈਂ ਉਸ ਤੋਂ ਆਪਣੀ ਭੈਣ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੀ ਸੀ। ਮੈਂ ਆਪਣੀ ਮੰਮੀ ਦੀ ਸਹੇਲੀ ਦੇ ਬੇਟੇ ਰਾਜ ਨੂੰ ਘਰ ਬੁਲਾਇਆ ਕਿਉਂਕਿ ਉਹ ਰਿਪੋਰਟ ਦਰਜ ਕਰਵਾਉਣਾ ਚਾਹੁੰਦੀ ਸੀ, ਪਰ ਉਸ ਸਮੇਂ ਉਹ ਵੀ ਉੱਥੇ ਆ ਗਿਆ ਅਤੇ ਘਰ ਵਿੱਚ ਰਾਜ ਨੂੰ ਦੇਖ ਕੇ ਉਹ ਗੁੱਸੇ ਵਿੱਚ ਆ ਗਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਫਿਰ ਉਹ ਮੈਨੂੰ ਮਾਰਨ ਲਈ ਅੱਗੇ ਵਧਿਆ ਤਾਂ ਰਾਜ ਨੇ ਉਸ ਨੂੰ ਧੱਕਾ ਦੇ ਦਿੱਤਾ ਅਤੇ ਉਹ ਦੂਰ ਪਏ ਮੇਜ਼ ਕੋਲ ਜਾ ਕੇ ਡਿੱਗਾ। ਉਸ ਦੇ ਸਿਰ 'ਤੇ ਮੇਜ਼ ਲੱਗਾ। ਜਦੋਂ ਅਸੀਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੇ ਰਾਜ ਦੇ ਖਿਲਾਫ ਹੀ ਬਿਆਨ ਦੇ ਦਿੱਤਾ ਕਿ ਇਸ ਨੇ ਮੇਰੇ 'ਤੇ ਹਮਲਾ ਕੀਤਾ ਹੈ। ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਰਾਜ ਨੂੰ ਜੇਲ੍ਹ ਹੋ ਗਈ ਅਤੇ ਉਸ ਨੂੰ ਸਜ਼ਾ ਹੋ ਗਈ। ਇਸ ਲਈ ਜਦੋਂ ਪੁਲਿਸ ਵਾਲੇ ਨੇ ਮੈਨੂੰ ਆਫਰ ਦਿੱਤਾ ਕਿ ਜੇਕਰ ਤੂੰ ਰਾਜ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਤੈਨੂੰ ਸਾਡੀ ਸ਼ਰਤ ਮੰਨਣੀ ਪੈਣੀ ਹੈ, ਅਤੇ ਮੈਂ ਪੁਲਿਸ ਵਾਲਿਆਂ ਦੀ ਆਫਰ ਮੰਨ ਲਈ। ਪਰ ਮੈਂ ਉਹ ਤੁਹਾਨੂੰ ਨਹੀਂ ਦੱਸ ਸਕਦੀ, ਉਹ ਜਲਦ ਹੀ ਤੁਹਾਨੂੰ ਵੀ ਟਰੈਕ ਕਰਨਗੇ। ਹੁਣ ਅਸੀਂ ਪਤੀ ਪਤਨੀ ਹਾਂ। ਉਸ ਕੁੜੀ ਦੀ ਗੱਲ ਤੇ ਮੈਨੂੰ ਉਹ ਕਾਗਜ਼ ਦਾ ਟੁਕੜਾ ਯਾਦ ਆਇਆ ਜਿਸ 'ਤੇ ਲਿਖਿਆ ਸੀ ਕਿ ਜੇਕਰ ਆਪਣੇ ਘਰਵਾਲੇ ਨੂੰ ਬਚਾਉਣਾ ਹੈ ਤਾਂ ਇਸ ਨੰਬਰ 'ਤੇ ਫੋਨ ਕਰੋ, ਪਰ ਮੈਂ ਉਹ ਪਰਚੀ ਸੁੱਟ ਦਿੱਤੀ ਸੀ। ਮੈਂ ਹੋਰ ਵੀ ਔਰਤਾਂ ਪੁਲਿਸ ਵਾਲਿਆਂ ਦੇ ਨਾਲ ਜਾਂਦੀਆਂ ਦੇਖੀਆਂ ਸੀ, ਪਰ ਮੈਨੂੰ ਕਿਸੇ ਦੀ ਸ਼ਰਤ ਮੰਨਣ ਦੀ ਕੋਈ ਲੋੜ ਨਹੀਂ ਸੀ। ਰਾਕੇਸ਼ ਦਾ ਕੇਸ ਜਿਹੜਾ ਵਕੀਲ ਦੇਖ ਰਿਹਾ ਸੀ, ਉਸ ਨੇ ਮੈਨੂੰ ਹੌਸਲਾ ਦਿੱਤਾ ਸੀ ਕਿ ਸਭ ਠੀਕ ਹੋ ਜਾਏਗਾ ਅਤੇ ਉਹ ਸਬੂਤ ਇਕੱਠੇ ਕਰ ਰਿਹਾ ਸੀ ਅਤੇ ਮੈਨੂੰ ਉਮੀਦ ਦਿਖਾਈ ਕਿ ਮੁਲਾਕਾਤ ਦਾ ਦਿਨ ਆ ਗਿਆ ਅਤੇ ਆਪਣੇ ਘਰਵਾਲੇ ਨੂੰ ਮਿਲਣ ਲਈ ਮੈਂ ਜੇਲ੍ਹ ਵਿੱਚ ਗਈ, ਪਰ ਉਹ ਉੱਥੇ ਨਹੀਂ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਅਤੇ ਮੈਂ ਕੈਦੀਆਂ ਤੋਂ ਉਹਨਾਂ ਬਾਰੇ ਪੁੱਛਿਆ। ਉਹਨਾਂ ਕਿਹਾ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਫਿਰ ਹੌਲਦਾਰ ਨੇ ਮੈਨੂੰ ਦੱਸਿਆ ਕਿ ਉਸ ਦੀ ਸਜ਼ਾ ਦੇ ਦਿਨ ਨੇੜੇ ਆ ਗਏ ਹਨ, ਇਸ ਲਈ ਉਸ ਨੂੰ ਦੂਸਰੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਇਹ ਸੁਣ ਕੇ ਮੈਂ ਬਹੁਤ ਡਰ ਗਈ ਅਤੇ ਹੌਲਦਾਰ ਨੂੰ ਪੁੱਛਿਆ ਕਿ ਕਿਹੜੀ ਜੇਲ੍ਹ ਵਿੱਚ ਲੈ ਕੇ ਗਏ ਹਨ, ਮੈਨੂੰ ਉੱਥੋਂ ਦਾ ਐਡਰੈਸ ਦੇ ਦਿਓ। ਹਵਲਦਾਰ ਨੇ ਕਿਹਾ ਕਿ ਥਾਣੇਦਾਰ ਸਾਹਿਬ ਹੁਣ ਉੱਥੇ ਹੀ ਜਾ ਰਹੇ ਹਨ, ਜੇ ਤੁਸੀਂ ਜਾਣਾ ਹੈ ਤਾਂ ਉਹਨਾਂ ਦੇ ਨਾਲ ਗੱਲ ਕਰ ਲਓ। ਮੈਂ ਜਲਦੀ ਨਾਲ ਥਾਣੇਦਾਰ ਦੇ ਕਮਰੇ ਵਿੱਚ ਗਈ ਅਤੇ ਕਿਹਾ ਕਿ ਮੈਂ ਆਪਣੇ ਘਰਵਾਲੇ ਨੂੰ ਮਿਲਣਾ ਚਾਹੁੰਦੀ ਹਾਂ। ਮੇਰੇ ਕੋਲ ਐਡਰੈਸ ਨਹੀਂ ਹੈ, ਮੈਨੂੰ ਤੁਸੀਂ ਆਪਣੇ ਨਾਲ ਲੈ ਜਾਵੋਗੇ। ਉਹਨਾਂ ਨੇ ਕਿਹਾ ਕਿ ਮੈਂ ਉੱਥੇ ਹੀ ਜਾ ਰਿਹਾ ਹਾਂ ਤੇ ਮੇਰੇ ਨਾਲ ਚੱਲ। ਮੈਂ ਡਰਦੀ ਡਰਦੀ ਗੱਡੀ ਵਿੱਚ ਬੈਠ ਗਈ। ਉਸ ਵਿੱਚ ਹੋਰ ਵੀ ਪੁਲਿਸ ਵਾਲੇ ਸੀ। ਮੈਂ ਸੋਚਿਆ ਕਿ ਇਹ ਲੋਕ ਵੀ ਤਾਂ ਨਾਲ ਹੀ ਹਨ। ਡਰਨ ਵਾਲੀ ਕਿਹੜੀ ਗੱਲ ਹੈ, ਉਹ ਵੀ ਤਾਂ ਗੱਡੀ ਵਿੱਚ ਬੈਠੇ ਹਨ। 2 ਘੰਟੇ ਬਾਅਦ ਗੱਡੀ ਇੱਕ ਫਾਰਮ ਹਾਊਸ 'ਤੇ ਪੁੱਜੀ। ਮੈਂ ਕਿਹਾ ਕਿ ਆਪਾਂ ਇੱਥੇ ਕਿਉਂ ਆਏ ਹਾਂ, ਤਾਂ ਥਾਣੇਦਾਰ ਨੇ ਹੱਸਦੇ ਹੋਏ ਕਿਹਾ ਕਿ ਅਸੀਂ ਤਾਂ ਇੱਥੇ ਮਸਤੀ ਕਰਨ ਆਏ ਹਾਂ, ਤੂੰ ਨਾਲ ਹੈ ਤਾਂ ਮਜ਼ਾ ਦੁੱਗਣਾ ਹੋ ਜਾਣਾ ਹੈ। ਉਹ ਮੈਨੂੰ ਖਿੱਚ ਕੇ ਗੱਡੀ ਵਿੱਚੋਂ ਉਤਾਰਨ ਲੱਗੇ ਤਾਂ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਪਰ ਉੱਥੇ ਕੋਈ ਨਹੀਂ ਸੀ ਜੋ ਮੇਰੀ ਮਦਦ ਕਰਦਾ। ਉਸ ਥਾਣੇਦਾਰ ਨੇ ਕਿਹਾ ਕਿ ਤੈਨੂੰ ਇੱਕ ਪਰਚੀ ਦਿੱਤੀ ਸੀ, ਤੂੰ ਉਸ ਪਰਚੀ ਨੂੰ ਪੜ੍ਹ ਕੇ ਮੇਰੇ ਨਾਲ ਫੋਨ 'ਤੇ ਗੱਲ ਕਿਉਂ ਨਹੀਂ ਕੀਤੀ। ਮੈਨੂੰ ਪਤਾ ਲੱਗ ਗਿਆ ਸੀ ਕਿ ਤੂੰ ਬਹੁਤ ਘਮੰਡੀ ਔਰਤ ਹੈ, ਇਸ ਲਈ ਮੈਨੂੰ ਘਮੰਡੀ ਕੁੜੀਆਂ ਬਹੁਤ ਪਸੰਦ ਨੇ। ਅਤੇ ਹੁਣ ਮੈਨੂੰ ਆਪਣੇ ਘਰਵਾਲੇ ਦੀ ਗੱਲ ਯਾਦ ਆ ਰਹੀ ਸੀ ਕਿ ਉਹ ਮੈਨੂੰ ਕਿਉਂ ਮਨਾ ਕਰਦਾ ਸੀ ਜੇਲ੍ਹ ਵਿੱਚ ਆਉਣ ਤੋਂ, ਅਤੇ ਮੈਂ ਇਹੀ ਸੋਚ ਰਹੀ ਸੀ। ਉਸ ਦੇ ਅੱਗੇ ਹੱਥ ਜੋੜਨ ਲੱਗੀ ਕਿ ਮੈਨੂੰ ਇੱਥੋਂ ਜਾਣ ਦਿਓ, ਮੈਂ ਕਿਸੇ ਨੂੰ ਨਹੀਂ ਦੱਸਾਂਗੀ। ਉਸ ਨੇ ਮੈਨੂੰ ਕਿਹਾ ਕਿ ਤੇਰੇ ਤੋਂ ਪਹਿਲਾਂ ਇੱਕ ਬਹੁਤ ਸੋਹਣੀ ਕੁੜੀ ਇੱਥੇ ਆਈ ਸੀ ਅਤੇ ਆਪਣੀ ਮਰਜ਼ੀ ਨਾਲ ਆਈ ਸੀ ਅਤੇ ਉਹ ਆਪਣੇ ਆਸ਼ਿਕ ਨੂੰ ਛੁਡਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਸੀ। ਉਸ ਨੇ ਮੈਨੂੰ ਖੁਸ਼ ਕੀਤਾ ਅਤੇ ਮੈਂ ਉਸ ਦੇ ਆਸ਼ਿਕ ਨੂੰ ਆਜ਼ਾਦ ਕਰਕੇ ਉਸ ਨੂੰ ਖੁਸ਼ ਕਰ ਦਿੱਤਾ। ਤੈਨੂੰ ਵੀ ਇਹੀ ਆਫਰ ਹੈ, ਤੂੰ ਮੈਨੂੰ ਖੁਸ਼ ਕਰ ਦੇ ਤੇ ਮੈਂ ਤੇਰੇ ਘਰਵਾਲੇ ਨੂੰ ਆਜ਼ਾਦ ਕਰ ਦੇਵਾਂਗਾ। ਮੈਂ ਉਸ ਨੂੰ ਕਿਹਾ ਕਿ ਜੇ ਤੁਸੀਂ ਮੁੱਕਰ ਗਏ ਫਿਰ। ਉਸ ਨੇ ਕਿਹਾ ਕਿ ਮੈਂ ਅੱਜ ਤੱਕ ਬਹੁਤ ਜ਼ਿਆਦਾ ਨੂੰ ਆਜ਼ਾਦ ਕੀਤਾ ਹੈ ਤੇ ਤੂੰ ਅੱਜ ਦੀ ਰਾਤ ਮੇਰੇ ਕੋਲ ਰਹਿ, ਕੱਲ੍ਹ ਰਾਤ ਨੂੰ ਤੇਰਾ ਘਰਵਾਲਾ ਆਜ਼ਾਦ ਹੋ ਜਾਵੇਗਾ। ਮੈਂ ਉਸ ਦੀਆਂ ਗੱਲਾਂ ਵਿੱਚ ਲਾਈ ਰੱਖਿਆ। ਮੈਂ ਚਾਹੁੰਦੀ ਸੀ ਕਿ ਮੈਂ ਉਸ ਨੂੰ
ਆਪਣੇ ਦੋਸਤ ਦਾ ਇੰਤਜ਼ਾਰ ਕਰ ਰਹੀ ਸੀ, ਜਿਸ ਨੂੰ ਮੈਂ ਗੱਡੀ ਵਿੱਚ ਬੈਠੇ-ਬੈਠੇ ਹੀ ਮੈਸੇਜ ਕੀਤਾ ਸੀ ਕਿ ਮੈਂ ਕਿੱਥੇ ਜਾ ਰਹੀ ਹਾਂ ਅਤੇ ਕਿਸ ਨਾਲ ਜਾ ਰਹੀ ਹਾਂ। ਫਿਰ ਮੈਂ ਇੱਥੇ ਪਹੁੰਚ ਕੇ ਤੇਜ਼ੀ ਨਾਲ ਉਸ ਨੂੰ ਲੋਕੇਸ਼ਨ ਵੀ ਸ਼ੇਅਰ ਕਰ ਦਿੱਤੀ ਸੀ। ਥਾਣੇਦਾਰ ਨੇ ਮੇਰਾ ਫ਼ੋਨ ਖੋਹ ਲਿਆ ਅਤੇ ਮੈਂ ਉਸ ਨੂੰ ਕਿਹਾ ਸੀ ਕਿ ਆਪਣੇ ਨਾਲ ਆਉਂਦੇ ਹੋਏ ਮੀਡੀਆ ਵੀ ਲੈ ਕੇ ਆਈਂ। ਹਾਲੇ ਉਹ ਮੈਨੂੰ ਖਿੱਚ ਕੇ ਕਮਰੇ ਵਿੱਚ ਲੈ ਕੇ ਜਾ ਰਹੇ ਸਨ ਕਿ ਮੇਰਾ ਦੋਸਤ ਮੀਡੀਆ ਨੂੰ ਲੈ ਕੇ ਉੱਥੇ ਪੁੱਜ ਗਿਆ ਅਤੇ ਉਸ ਨੂੰ ਉਸ ਦੇ ਸਾਥੀਆਂ ਨਾਲ ਰੰਗੇ ਹੱਥੀਂ ਫੜ ਲਿਆ। ਕੁਝ ਦੇਰ ਬਾਅਦ ਪਤਾ ਲੱਗਾ ਕਿ ਮੇਰਾ ਘਰਵਾਲਾ ਵੀ ਉੱਥੇ ਹੀ ਕੈਦ ਸੀ। ਜੇਕਰ ਮੈਂ ਸਾਰੀ ਗੱਲ ਆਪਣੀ ਫਰੈਂਡ ਤੋਂ ਪਤਾ ਨਾ ਕਰਦੀ ਕਿ ਉਹ ਮੈਨੂੰ ਟਰੈਕ ਕਰ ਰਹੇ ਹਨ ਤੇ ਮੈਂ ਵੀ ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦੀ, ਪਰ ਮੈਂ ਸੋਚ ਲਿਆ ਸੀ ਕਿ ਮੈਂ ਇਹਨਾਂ ਅਫਸਰਾਂ ਨੂੰ ਸਜ਼ਾ ਦਿਵਾ ਕੇ ਰਹਾਂਗੀ। ਇਹ ਅਫਸਰ ਬਹੁਤ ਸਾਲਾਂ ਤੋਂ ਇਹੀ ਕੁਝ ਕਰ ਰਹੇ ਸੀ। ਜਿਨ੍ਹਾਂ ਦੇ ਘਰ ਵਾਲਿਆਂ ਨੂੰ ਸਜ਼ਾਏ ਮੌਤ ਦੀ ਸਜ਼ਾ ਹੁੰਦੀ ਸੀ, ਉਹਨਾਂ ਦੀਆਂ ਘਰਵਾਲੀਆਂ ਨੂੰ ਇੱਥੇ ਲੈ ਕੇ ਆਉਂਦੇ ਸੀ ਅਤੇ ਫਿਰ ਉਹਨਾਂ ਦੇ ਘਰ ਵਾਲਿਆਂ ਨੂੰ ਰਿਹਾ ਕਰ ਦਿੰਦੇ ਸੀ ਅਤੇ ਫਾਈਲ ਬੰਦ ਕਰ ਦਿੰਦੇ ਸੀ। ਇਹਨਾਂ ਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਸੀ। ਜਾਂ ਫਿਰ ਕੋਈ ਔਰਤ ਅਮੀਰ ਹੁੰਦੀ ਤਾਂ ਉਸ ਤੋਂ ਬਹੁਤ ਸਾਰੇ ਪੈਸੇ ਲੈ ਲੈਂਦੇ। ਮੈਂ ਮੀਡੀਆ ਨੂੰ ਜਾਣਬੁੱਝ ਕੇ ਇੱਥੇ ਬੁਲਾਇਆ ਸੀ ਤਾਂ ਜੋ ਇਹਨਾਂ ਦਾ ਪਰਦਾ ਫਾਸ਼ ਹੋ ਸਕੇ, ਕਿਉਂਕਿ ਮੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਸੀ, ਪਰ ਮੈਂ ਇਹਨਾਂ ਨੂੰ ਰੰਗੇ ਹੱਥੀਂ ਫੜਨਾ ਚਾਹੁੰਦੀ ਸੀ ਤੇ ਇਹਨਾਂ ਦੇ ਹੱਥਾਂ ਦਾ ਖਿਡੌਣਾ ਨਹੀਂ ਬਣ ਸਕਦੀ ਸੀ। ਮੀਡੀਆ ਦੇ ਸਾਹਮਣੇ ਪੁਲਿਸ ਵਾਲਿਆਂ ਦਾ ਪਰਦਾ ਫਾਸ਼ ਹੋ ਗਿਆ। ਜਾਂਚ ਪੜਤਾਲ ਤੋਂ ਬਾਅਦ ਚੱਲਾ ਕਿ ਮੇਰੇ ਘਰ ਵਾਲੇ ਦੇ ਖਿਲਾਫ ਜਿਹੜਾ ਕੇਸ ਸੀ ਉਹ ਵੀ ਇਹਨਾਂ ਨੇ ਪੈਸੇ ਲੈ ਕੇ ਹੀ ਬਣਾਇਆ ਸੀ। ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕੀਤੀ ਸੀ। ਇਸ ਤੋਂ ਬਾਅਦ ਜਿਹੜਾ ਆਫਿਸਰ ਆਇਆ ਉਸ ਨੇ ਪੂਰੀ ਜਾਂਚ ਪੜਤਾਲ ਕੀਤੀ ਅਤੇ ਉਹ ਬਹੁਤ ਇਮਾਨਦਾਰ ਅਫਸਰ ਸੀ। ਉਹ ਨਵਾਂ ਆਇਆ ਸੀ। ਉਸਨੇ ਕੇਸ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਤੇ ਇੱਕ ਵਾਰੀ ਕੇਸ ਫਿਰ ਅਦਾਲਤ ਵਿੱਚ ਦਰਜ ਹੋਇਆ ਅਤੇ ਅਸਲੀ ਮੁਜਰਮ ਨੂੰ ਸਜ਼ਾ ਹੋਈ। ਮੇਰੇ ਘਰ ਵਾਲੇ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਅਤੇ ਕੇਸ ਦਾ ਇਨਸਾਫ ਹੋਇਆ। ਮੈਨੂੰ ਸ਼ੁਰੂ ਤੋਂ ਉਮੀਦ ਸੀ ਕਿ ਬੇਗੁਨਾਹਾਂ ਨੂੰ ਸਜ਼ਾ ਨਹੀਂ ਮਿਲ ਸਕਦੀ। ਉਹ ਉੱਪਰ ਵਾਲੇ ਦੇ ਘਰ ਦੇ ਰਹੇ ਅੰਧੇਰ ਨਹੀਂ। ਮੈਨੂੰ ਉਸ 'ਤੇ ਪੂਰਾ ਵਿਸ਼ਵਾਸ ਸੀ ਅਤੇ ਮੇਰਾ ਵਿਸ਼ਵਾਸ ਕੰਮ ਆਇਆ। ਅੱਜ ਮੇਰਾ ਘਰ ਵਾਲਾ ਬਿਲਕੁਲ ਸਹੀ ਸਲਾਮਤ ਮੇਰੇ ਨਾਲ ਹੈ ਤੇ ਅਸੀਂ ਸਾਰੇ ਬਹੁਤ ਖੁਸ਼ ਹਾਂ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਜ਼ਿਆਦਾ ਤੋਂ ਜ਼ਿਆਦਾ ਕਹਾਣੀ ਨੂੰ ਸ਼ੇਅਰ ਕਰਿਓ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।